ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਸੀਰ ਅਹਿਮਦ ਜਲਾਲਪੁਰ ਜੱਟਾਂ ਦਾ ਦੇ ਨਾਲ ਸਾਡਾ ਪਿੰਡ ਲਾਲਾ ਚੱਕ ਦਾ ਰਸ਼ੀਅਮ ਹੈ ਤੇ ਮਜ਼ਦੂਰ ਆ। ਯੂਨੀਵਰਸਿਟੀ ਦੇ ਵਿੱਚ ਨਾਇਬ ਕਾਸੀ ਦੀ ਨੌਕਰੀ ਕਰਨੀ ਹੈ ਛੋਟੀ ਜੀ। ਤੇ ਸਾਡੀ ਜ਼ਮੀਨ ਦਾ ਕੋਈ ਤਨਾਜ਼ਾ ਚੱਲ ਰਿਹਾ ਇੱਥੇ। ਹਾਜੀ ਜ਼ਮਾਨ ਮਹਿੰਦੀ ਸਾਹਿਬ ਨੇ ਉਹ 2002 ਵਿੱਚ ਕੋਈ ਨਾਇਬ ਨਾਜ਼ਮ ਰਹੇ ਨੇ, ਫਿਰ ਉਸ ਤੋਂ ਬਾਅਦ 2015 ਵਿੱਚ ਕੋਈ ਕਿਸਾਨ ਮੈਂਬਰ ਰਹੇ ਨੇ, ਤੇ ਫਿਰ ਉਹ ਕੁਵੈਤ ਰਹੇ ਨੇ, ਤੇ ਕੁਵੈਤ ਤੋਂ ਬਾਅਦ ਜਦੋਂ ਇੱਥੇ ਆਏ ਨੇ ਤੇ ਫਿਰ ਇੱਥੇ ਆਣ ਕੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਤਕਸੀਮ ਵਗੈਰਾ ਸ਼ੁਰੂ ਕਰ ਦਿੱਤੀਆਂ ਕਰਾਉਣੀਆਂ। ਉਹਨਾਂ ਦੇ ਵਿੱਚੋਂ ਕੋਈ ਪੈਸੇ ਪੂਸੇ ਲੈਂਦੇ ਨੇ, ਜਿਹੜਾ ਕੋਈ ਦਿੰਦਾ ਪੈਸੇ ਉਹਦੀ ਜ਼ਮੀਨ ਤਕਸੀਮ ਕਰਾ ਦਿੰਦੇ ਨੇ। ਅੱਗੇ ਜਾ ਕੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ, ਮਹਿਕਮਿਆਂ ਦੇ ਵਿੱਚ ਜਾ ਕੇ ਛੋਟਾ ਤਬਕਾ ਜਿਹੜਾ ਉਹਨਾਂ ਨੂੰ ਦੱਸਦਾ ਕਿ ਮੈਂ ਨਾਇਬ ਮੁਲਾਜ਼ਮ ਰਿਹਾ, ਮੈਂ ਫਲਾਣਾ ਰਿਹਾ, ਲੋਕ ਉਹਦਾ ਫਿਰ ਜਾਂ ਸ਼ਰਮ ਕਰਦੇ ਨੇ ਜਿਵੇਂ ਵੀ, ਤੇ ਉਹਨਾਂ ਕੋਲੋਂ ਇਹ ਕੰਮ ਪ੍ਰੈਸ਼ਰ ਨਾਲ ਕਰਵਾ ਲੈਂਦਾ। ਇਸੇ ਤਰ੍ਹਾਂ ਹੀ ਇਹਨੇ ਸਾਡੀ ਜ਼ਮੀਨ ਵੀ ਜਿਹੜੀ ਹੈ ਉਹ ਇਹਨੇ ਸਾਡੇ ਤੋਂ ਬਾਹਰੋਂ ਬਾਹਰ ਜਿਹੜੀ ਤਕਸੀਮ ਕਰਾ ਕੇ, ਸਾਡੇ ਤਾਏ ਦਾ ਪੁੱਤਰ ਹੈ ਅਬਦੁਲ ਰਜ਼ਾਕ ਸਾਹਿਬ, ਉਹਨੂੰ ਇਹਨੇ ਪਵਾਤੀ। ਅਸੀਂ ਆਪਣਾ ADCR ਸਾਹਿਬ, ਸਾਨੂੰ ਜਦੋਂ ਪਤਾ ਲੱਗਾ ਅਸੀਂ ADCR ਸਾਹਿਬ ਕੋਲ ਗਏ, ਉਹਨਾਂ ਸਾਰੇ ਤੇ ਸਾਰੀ ਤਹਿਕੀਕਾਤ ਕੀਤੀ। ਉਹਨਾਂ ਨੇ ਉਹ ਆਖਿਆ ਜ਼ਮੀਨ ਸਾਨੂੰ ਦੁਬਾਰਾ ਵਾਪਸ ਜਿਹੜੀ ਉਹ ਤਕਸੀਮ ਜਿਹੜੀ ਤਰੋੜ ਦਿੱਤੀ ਗਈ। ਇਹਨਾਂ ਨੇ ਫਿਰ ਅੱਗੇ ਅਪੀਲ ਕਰ ਦਿੱਤੀ। ਅਪੀਲ ਦੇ ਵਿੱਚ ਸਾਨੂੰ ਪਤਾ ਹੀ ਨਾ ਚੱਲਿਆ ਤੇ ਇਹਨਾਂ ਨੇ ਬਾਹਰੋਂ ਬਾਹਰ ਹੀ ਫੈਸਲਾ ਕਰਾ ਲਿਆ। ਤੇ ਫੈਸਲਾ ਕਰਾਉਣ ਤੋਂ ਬਾਅਦ ਇਹਨਾਂ ਨੇ 5-6 ਦਿਨਾਂ ਦੇ ਵਿੱਚ ਜਿਹੜਾ ਨਾ ਉਹ ਸਾਡੇ ਕੋਲ ਦਖਲ ਲੈ ਲਿਆ, ਲੇਕਿਨ 90 ਦਿਨ ਦਾ ਟਾਈਮ ਹੁੰਦਾ ਦਖਲ ਦਾ। ਫਿਰ ਅਸੀਂ ਜਨਾਬ DCO ਸਾਹਿਬ ਅੱਗੇ ਜਿਹੜਾ ਉਹ ਰਿਕੁਐਸਟ ਕੀਤੀ, ਤੇ ਅਸਾਂ ਪ੍ਰੈਸ ਕਾਨਫਰੰਸ ਪਹਿਲੇ ਵੀ 1 ਮਹੀਨਾ ਪਹਿਲਾਂ ਕੀਤੀ ਸੀ। DCO ਸਾਹਿਬ ਨੇ ਸਾਡੀ ਪ੍ਰੈਸ ਕਾਨਫਰੰਸ ਸੁਣੀ, ਫਿਰ ਉਹਨਾਂ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਜਨਾਬ ਉਹ ਸਾਨੂੰ ਜਿਹੜਾ ਕਬਜ਼ਾ ਦਖਲ ਉਹ ਸਾਨੂੰ ਉਹਨਾਂ ਨੇ ਵਾਪਸ ਕਰਾ ਦਿੱਤਾ। ਅਸੀਂ DCO ਸਾਹਿਬ ਦਾ ਜਿਹੜਾ ਨਾ ਉਹ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਬੜੀ ਹੈਲਪ ਕੀਤੀ, ਔਰ ਉਹਨਾਂ ਨੇ ਸਾਡਾ ਸਾਰਾ ਮੌਕਫ ਸੁਣ ਕੇ ਤੇ ਸਾਨੂੰ ਉਹ ਦਖਲ ਜਿਹੜਾ ਉਹ ਵਾਪਸ ਕਰਾ ਦਿੱਤਾ ਗਿਆ। ਕਾਨੂੰਨੀ ਕਾਰਵਾਈ ਦੇ ਨਾਲ ਉਹਨਾਂ ਨੇ ਸਾਰੀ ਚੀਜ਼ਾਂ ਵੇਖ ਕੇ ਤੇ ਫਿਰ ਉਹਨਾਂ ਨੇ ਸਾਨੂੰ ਉਹ ਜਿਹੜਾ ਦਖਲ ਉਹ ਵਾਪਸ ਕੀਤਾ ਗਿਆ। ਸਾਨੂੰ ਇਸ ਟਾਈਮ ਜਿਹੜਾ ਉਹ ਕਬਜ਼ਾ ਸਾਡਾ ਹੀ ਹੈ। ਅਸੀਂ ਹਰ ਬੰਦਾ ਆਪਣੇ ਆਪਣੇ ਕਬਜ਼ੇ 'ਤੇ ਜੋ ਜ਼ਮੀਨ ਜਿਨ੍ਹਾਂ ਹਿੱਸਾ ਹੁੰਦਾ ਉਹਦੇ 'ਤੇ ਬੈਠੇ ਹਾਂ। ਅਸੀਂ ਹੁਣ ਅੱਗੇ ਅਪੀਲ ਕੀਤੀ ਹੈ ਰੈਵਨਿਊ ਬੋਰਡ ਵਿੱਚ, ਤੇ ਜ਼ਮਾਨ ਮਹਿੰਦੀ ਸਾਹਿਬ ਜਿਹੜੇ ਨੇ ਉਹ ਸਾਡੇ 'ਤੇ ਹੁਣ ਸਾਨੂੰ ਜਿਹੜਾ ਨਾ ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ। ਰੋਜ਼ ਸਾਡੇ 'ਤੇ ਕੋਈ ਨਾ ਕੋਈ ਦਰਖਾਸਤਾਂ ਦਿੰਦੇ ਨੇ। ਸਾਡੀਆਂ, ਮੇਰਾ ਮਤਲਬ ਕਿ ਕਦੀ 1 ਸਾਲ ਪਹਿਲੇ ਉਹਨਾਂ ਦਰਖਾਸਤ ਦਿੱਤੀ ਹੱਥਕੇ ਇੱਜ਼ਤ ਦੀ 50 ਲੱਖ ਦੀ। ਫਿਰ ਉਹਨਾਂ ਨੇ ਸਾਡੀਆਂ ਮਸ਼ੀਰਾਂ ਦੇ ਉੱਤੇ, ਮੇਰਾ ਮਤਲਬ ਹੈ ਕਿ ਦਰਖਾਸਤ ਉਹਨਾਂ ਨੇ ਦਿੱਤੀ ਹੈ 25 ਲੱਖ ਰੁਪਈਏ ਦੀ ਕਿ ਹੱਥਕੇ ਇੱਜ਼ਤ ਮੇਰੇ ਅੰਜ ਘਰ ਗਈਆਂ, ਇਹ ਕੀਤਾ ਉਹ ਕੀਤਾ, ਤੇ ਮੈਨੂੰ 25 ਲੱਖ ਰੁਪਈਆ ਜਿਹੜਾ ਉਹ ਹਰ ਸੂਰਤ ਦੇ ਵਿੱਚ ਅਦਾ ਕੀਤਾ ਜਾਏ। ਉੱਥੇ ਵੀ ਉਹਨੇ ਇਹ ਹੀ ਲਿਖਿਆ ਹੈ ਉਹਨਾਂ ਨੂੰ ਵੀ ਕਿ ਮੈਂ ਨਾਇਬ ਨਾਜ਼ਮ यूनियन काउंसिल ठट्ठा मूसा 2002 ਦੇ ਵਿੱਚ बल्दिया इलेक्शन में हिस्सा लेके बतौर किसान मेंबर 2007 में बिला मुकाबला नायब नाज़म, तीसरी दफ़ा 2015 में वाइस चेयरमैन रहा मुंतखब होया वां मैं, ਤੇ ਮੈਂ ਬਹੁਤ ਅੱਛਾ ਸ਼ਹਿਰੀ ਹਾਂ। ਤੇ ਮੇਰੇ ਨਾਲ ਜਿਹੜਾ ਉਹ ਇੱਥੋਂ ਲੰਘੀਆਂ ਨੇ ਤੇ ਮੈਨੂੰ ਉਹਨਾਂ ਦੀ ਗਾਲੀ ਗਲੋਚ ਕੀਤਾ, ਤੇ ਉਹਦਾ ਮੈਨੂੰ 25 ਲੱਖ ਰੁਪਈਆ ਜਿਹੜਾ ਨਾ ਉਹ ਦਿੱਤਾ ਜਾਏ। ਉਹਨਾਂ ਨੇ ਮੇਰਾ ਮਤਲਬ ਕਿ ਸਾਡੀਆਂ ਮਸ਼ੀਰਾਂ ਤੇ 25 ਲੱਖ ਰੁਪਈਆ ਦਾ ਜਿਹੜਾ ਨਾ ਉਹਨਾਂ ਨੇ ਕੀਤਾ ਵੀ ਸਾਨੂੰ 25 ਲੱਖ ਰੁਪਈਆ ਹਰਜਾਨਾ ਜਿਹੜਾ ਨਾ ਉਹ ਪੇਸ਼ ਕੀਤਾ ਜਾਏ। ਉਸ ਤੋਂ ਬਾਅਦ ਜਨਾਬ ਇਹ ਇੱਕ ਲੀਗਲ ਨੋਟਿਸ ਉਹਨਾਂ ਨੇ 15 ਕਰੋੜ ਰੁਪਈਏ ਦਾ ਸਾਨੂੰ ਭੇਜਿਆ ਗਿਆ। ਇਹ ਸਾਰਿਆਂ ਨੂੰ ਸਾਡੇ 'ਤੇ ਇਹਨਾਂ ਨੇ ਪਰਚਾ ਪਹਿਲੇ ਤੇ ਕਟਾਇਆ ਗਿਆ ਜ਼ਮੀਨ ਦਾ। ਜਦੋਂ ਅਸੀਂ ਕਬਜ਼ਾ ਲਿਆ ਫਿਰ ਸਾਡਾ ਪਰਚਾ ਵੀ ਜਿਹੜਾ ਉਹ ਵੀ ਖਾਰਜ ਹੋ ਗਿਆ। ਇਹ ਸਾਡੇ 'ਤੇ ਇਹਨੇ 50 ਲੱਖ ਦਾ ਹਰਜਾਨੇ ਦਾ ਕੇਸ ਕਰ ਦਿੱਤਾ। ਇਹ ਇੰਨੇ ਕੇਸ ਜਿਹੜੇ ਨੇ ਇਸ ਟਾਈਮ 8-10 ਕਦੀ ਸਾਨੂੰ ਅਸੀਂ ਸੁਬਾਹ ਸ਼ਾਮੀ ਜਿਹੜਾ ਵੇ ਮੇਰਾ ਮਤਲਬ ਹੈ ਕਿ ਸੌਂਦੇ ਹਾਂ ਤਾਂ ਸੁਬਾਹ ਸਾਨੂੰ ਕੋਈ ਨਵੀਂ ਤਲਾਹ ਆ ਜਾਂਦੀ ਜੀ ਜ਼ਮਾਨ ਮਹਿੰਦੀ ਸਾਹਿਬ ਨੇ ਤੁਹਾਡੇ 'ਤੇ ਫਲਾਣੀ ਜਗ੍ਹਾ 'ਤੇ ਕੇਸ ਕਰਦਾ, ਉੱਥੇ ਆ ਜਾਓ। ਅਸੀਂ ਉੱਥੇ ਜਾਂਦੇ ਹਾਂ ਤਾਂ ਦੂਜੇ ਦਿਨ ਸਾਨੂੰ ਫਿਰ ਪਤਾ ਲੱਗਦਾ ਅੱਜ ਉੱਥੇ ਨਹੀਂ ਜੀ, ਅੱਜ DSP ਕੋਲ ਜਾਣਾ, ਕਦੀ SHO ਕੋਲ ਜਾਣਾ। ਫਿਰ ਆਪਣਾ DPO ਸਾਹਿਬ ਕੋਲ ਪਰਸੋਂ ਇਹਨੇ ਸਾਨੂੰ ਬੁਲਾਇਆ ਸੀ, ਕਦੀ ਕਿਧਰੇ ਬੁਲਾਉਂਦਾ, ਕਦੀ ਕਿਸੇ ਜਗ੍ਹਾ 'ਤੇ। ਅਸੀਂ ਛੋਟੇ ਛੋਟੇ ਮੁਲਾਜ਼ਮ ਹਾਂ, ਬੱਚੇ ਨੇ, ਅਸੀਂ ਮਰ ਕੇ ਆਪਣੀ ਰੋਜ਼ੀ ਰੋਜ਼ ਕਰਨੇ ਆ। ਇਹਦਾ ਇਹ ਕੰਮ ਹੈ ਕਿ ਕਦੀ ਸਾਡੇ ਇਹ ਦਰਖਾਸਤ ਦਿੰਦਾ ਕਿ ਜਨਾਬ ਮੈਨੂੰ ਇਹਨਾਂ ਤੋਂ ਖਤਰਾ ਹੈ। ਫਿਰ ਇੱਕ ਹਫ਼ਤਾ ਜਿਹੜਾ ਉਹ ਸਾਨੂੰ ਪੂਰਾ ਉੱਥੇ ਬੁਲਾਉਂਦਾ ਰਿਹਾ ਕਿ SHO ਸਾਹਿਬ ਕੋਲ ਕਿ ਮੈਨੂੰ ਇਹਨਾਂ ਤੋਂ ਖਤਰਾ ਹੈ। ਸਾਨੂੰ ਰੋਜ਼ ਸ਼ਾਮੀ ਫੋਨ ਆ ਜਾਣਾ ਕਿ ਜਨਾਬ ਥਾਣੇ ਆਓ। ਅਸੀਂ ਯੂਨੀਵਰਸਿਟੀ ਤੋਂ ਆਉਂਦੇ ਹਾਂ 4 ਵਜੇ ਥਾਣੇ ਟੁਰ ਜਾਣਾ, 7 ਵਜੇ ਤੱਕ ਉੱਥੇ ਰਹਿਣਾ। ਤੇ ਉੱਥੇ ਮਲਕ ਬਸ਼ਾਰਤ ਸਾਹਿਬ ਸਨ ASI, ਉਹਨਾਂ ਆਖਣਾ ਚਲੋ ਟੁਰ ਜਾਓ, ਸਵੇਰੇ ਆ ਜਾਓ। ਸਵੇਰੇ ਅਸੀਂ ਫਿਰ ਜੇ ਲੇਟ ਹੋ ਜਾਣਾ ਤਾਂ ਉਹਨਾਂ ਫੋਨ ਕਰ ਜਾਣਾ ਜ਼ਮਾਨ ਮਹਿੰਦੀ ਸਾਹਿਬ ਆਏ ਨੇ ਤਾਂ ਤੁਸੀਂ ਆ ਜਾਓ। ਅਸੀਂ ਜਿਉਂ ਹੀ ਘਰੋਂ ਉੱਥੇ ਨਿਕਲਦਾ ਜ਼ਮਾਨ ਮਹਿੰਦੀ ਸਾਹਿਬ ਨਿਕਲ ਜਾਂਦੇ ਸਨ। ਸਾਨੂੰ ਇਸ ਤਰੀਕੇ ਨਾਲ ਥ੍ਰੈਡ ਕਰਦਾ ਹੈ ਹਰ ਜਗ੍ਹਾ 'ਤੇ, ਸਾਨੂੰ ਹਰ ਰੋਜ਼ ਥ੍ਰੈਡ ਕਰਦਾ। ਇਹ ਨਹੀਂ ਇੱਕ ਦਿਨ ਦਾ ਨਹੀਂ ਇਹਦਾ ਕੰਮ, ਇਹ ਰੋਜ਼ ਦਾ ਹੀ ਸਾਡੇ 'ਤੇ ਕੋਈ ਨਾ ਕੋਈ ਨਵੀਂ ਪ੍ਰੈਸ਼ਰ ਕਿ ਜ਼ਮੀਨ ਜਿਹੜੀ ਹੈ ਤੁਸੀਂ ਛੱਡੋ। ਇਹ ਮੇਰੀ ਜੀ ਬੜੀ ਬਿਸਤਰੀ ਹੋਈ ਹੈ ਜਿਹੜਾ ਦਖਲ DC ਸਾਹਿਬ ਨੇ ਤੁਹਾਨੂੰ ਲੈ ਕੇ ਦਿੱਤਾ ਹੈ। ਇਹ ਮੈਂ ਹੁਣ ਚਲ ਬਚਦਾ ਨਹੀਂ ਜੇ ਚਲ ਮੈਂ ਦਖਲ ਨਹੀਂ ਲੈ ਕੇ ਦੇਣਾ ਵਾਪਸ। ਤੇ ਜਨਾਬ
ਸਾਨੂੰ ਤੇ ਡੀਸੀ ਸਾਹਿਬ ਨੇ ਡੀਸੀਓ ਸਾਹਿਬ ਨੇ ਮੇਰਾ ਮਤਲਬ ਕਿ ਸਾਰਾ ਮੌਕਫ ਵੇਖ ਕੇ ਸਾਡੇ ਨਾਲ ਜ਼ਿਆਦਤੀ ਹੋਈ, ਉਹਨਾਂ ਨੇ ਸਾਨੂੰ ਵਾਪਸ ਕੀਤਾ, ਦਖਲ ਕਰਾਇਆ ਗਿਆ। ਔਰ ਇਹ ਆਏ ਦਿਨ ਮੇਰਾ ਤਾਂ ਕਿ ਡੀਸੀਓ ਸਾਹਿਬ ਤੋਂ ਨੂੰ ਵੀ ਉਹਨਾਂ ਦੀ ਗੱਲ ਵੀ ਨਹੀਂ ਇਹ ਸਮਝ ਰਿਹਾ, ਉਹਨਾਂ ਤੋਂ ਵੀ ਇਹ ਆਂਦਾ ਕਿ ਮੈਂ ਕਿਸੇ ਨੂੰ ਕੀ ਜਾਣਨਾ ਵਾ। ਇਹ ਜਨਾਬ ਕਦੀ ਕਮਿਸ਼ਨਰ ਸਾਹਿਬ ਕੋਲ, ਹੁਣ ਕਮਿਸ਼ਨਰ ਸਾਹਿਬ ਕੋਲ ਚਲਾ ਗਿਆ ਜੀ, ਡੀਸੀਓ ਸਾਹਿਬ ਨੇ ਦਖਲ ਕਿਉਂ ਦਵਾਇਆ ਜੀ, ਇਹ ਦਖਲ ਮੇਰਾ ਬਣਦਾ ਜੀ। ਮੈਂ ਹਾਈ ਕੋਰਟ ਤੁਰ ਚੱਲਾਂ ਜੀ, ਉੱਥੇ ਜਿਹੜਾ ਵਕੀਲ ਸਾਹਿਬ ਨੂੰ ਆਖਿਆ ਜੀ ਮੈਨੂੰ ਵਾਪਸ ਕਰਾਇਆ ਜਾਏ, ਇਹ ਡੀਸੀਓ ਸਾਹਿਬ ਨੇ ਮੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ, ਕਰਾਈ ਗਈ ਹੈ, ਇਹ ਹੈ ਉਹ ਹੈ ਜੀ। ਇਹ ਕਿਸੇ ਮੇਰਾ ਮਤਲਬ ਕਿ ਮਹਿਕਮੇ ਨੂੰ ਨਹੀਂ ਸਮਝਦਾ ਪਿਆ, ਆਂਦਾ ਜੀ ਮੈਂ ਹੀ ਵੱਡਾ ਜੋ ਕੁਝ ਮੈਂ ਹੀ ਆਵਾਂ ਜੀ। ਮੈਂ ਨਾਇਬ ਨਾਜ਼ਮ ਰਿਹਾ ਤੇ ਮੈਂ ਨਾਜ਼ਮ ਰਿਹਾ ਵਾਂ, ਮੈਂ ਕਿਸਾਨ ਮੈਂਬਰ ਰਿਹਾ। ਜਨਾਬ ਸਾਡੀ ਗੁਜ਼ਾਰਿਸ਼ ਇਹ ਹੈ, ਅਸੀਂ SHO ਸਾਹਿਬ ਜਿਹੜੇ ਨੇ ਇੱਥੇ ਉਹਨਾਂ ਅੱਗੇ ਤੇ DPO ਸਾਹਿਬ ਅੱਗੇ ਇਹ ਗੁਜ਼ਾਰਿਸ਼ ਕਰਨੇ ਆ, ਔਰ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਹਸੈਨ लाई ਸਾਹਿਬ ਅੱਗੇ, ਹਸੈਨ लाई ਸਾਹਿਬ ਔਰ ਸਾਲਕ ਸੈਨ ਔਰ ਸ਼ਫਾ ਸੈਨ ਸਾਹਿਬ ਜਿਹੜੇ ਨੇ ਉਹਨਾਂ ਅੱਗੇ ਵੀ ਅਸੀਂ ਰਿਕੁਐਸਟ ਕਰਨੇ ਆ, ਔਰ ਵਜ਼ੀਰ ਆਲਾ ਅੱਗੇ ਬਾਰ ਫਿਰ ਇਹ ਕਹਿ ਰਹੇ ਰਿਕੁਐਸਟ ਕਰਨੇ ਆ ਕਿ ਸਾਡੀ ਇਹ ਤੋਂ ਜਾਨ ਛਡਾਈ ਜਾਏ, ਜਿਹੜਾ ਸਾਡਾ ਹੱਕ ਹੈ ਉਹ ਸਾਡੀ ਹੱਕ ਰਸਾਈ ਜਿਹੜੀ ਉਹ ਸਾਨੂੰ ਦਿੱਤੀ ਜਾਏ, ਔਰ ਅਸੀਂ ਆਪਣੇ ਬੱਚਿਆਂ ਦੀ ਰੋਜ਼ੀ ਕਮਾ ਸਕੀਏ, ਤਾਂ ਕਿ ਸਾਨੂੰ ਰੋਜ਼ਾਨਾ ਇਹ ਜ਼ਿਹਨੀ ਟੈਨਸ਼ਨ ਦਿੰਦਾ ਰਹਿੰਦਾ ਹੈ। ਤੇ ਸਾਡਾ ਵੱਡਾ ਭਾਈ ਜਿਹੜਾ ਵੇ ਉਹ ਇਸ ਜ਼ਿਹਨੀ ਮਰੀਜ਼ ਦੀ ਵਜ੍ਹਾ ਨਾਲ ਬਿਮਾਰ ਹੋ ਗਿਆ ਵੇ, ਉਹਦੇ ਵੀ 4 ਬੱਚੇ ਨੇ, ਸਾਨੂੰ ਇਹ ਪਰੇਸ਼ਾਨੀ ਲੱਗੀ ਹੈ। ਤੇ ਜਨਾਬ ਅਸੀਂ ਤੁਹਾਡੇ ਅੱਗੇ ਰਿਕੁਐਸਟ ਹੀ ਕਰਨੇ ਬਾਰ ਜਿੰਨੇ ਵੀ ਇੱਥੇ ਦੇ ਵੱਡੇ ਨੇ ਸਿਆਸਤਦਾਨ ਨੇ। बिस्मिल्लाहिर्रहमानिर्रहीम। मेरा नाम मोहम्मद साग है, मैं गुलाम फरीद दा पुत्तर हाँ। ਅੱਗੇ ਵੀ ਇਸ ਤੋਂ ਮਹੀਨਾ ਡੇਢ ਅਸੀਂ ਪਹਿਲਾਂ ਵੀ ਇਨਕੁਆਇਰੀ ਕੀਤੀ ਸੀ ਕਿ ਇਸ ਬੰਦੇ ਕੋਲੋਂ ਸਾਡੀ ਜਾਂਚ ਛਡਵਾਈ ਜਾਏ। ਇਹਨੇ ਸਾਨੂੰ ਬਹੁਤ ਤੰਗ ਕੀਤਾ। ਅਸੀਂ ਵਡੇਰੇ ਬੰਦੇ ਆ ਨਾ, ਕਿ 50-55 ਸਾਲ ਮੇਰੀ ਉਮਰ ਹੋ ਗਈ ਹੈ। ਜ਼ਹਿਨੀ ਤਵੱਜੋ ਮੇਰਾ ਨਹੀਂ ਠੀਕ ਰਿਹਾ ਹੈ। ਇਸ ਬੰਦੇ ਦੀ ਵਜ੍ਹਾ ਤੋਂ ਮੈਂ ਜ਼ਹਿਨੀ ਟੈਨਸ਼ਨ ਲੈ ਕੇ ਮੈਂ ਹੁਣ ਹੀ ਦਵਾਈ ਲੈ ਕੇ ਆਇਆ ਗੁਜਰਾਤ ਤੋਂ, ਗੁਜਰਾਤ ਹਸਪਤਾਲੋਂ ਦਵਾਈ ਲੈ ਕੇ ਆਇਆ ਖਾਲਿਦ ਮਹਿਮੂਦ ਡਾਕਟਰ ਕੋਲ, ਕਿ ਇਸ ਬੰਦੇ ਦੇ ਟੈਨਸ਼ਨ ਦੀ ਵਜ੍ਹਾ ਤੋਂ ਇਹਨੇ ਸਾਡਾ ਨਾ ਕੀ ਇਹ ਬਿਲਕੁਲ ਸਾਡੀ ਜਾਨ ਨਹੀਂ ਛੱਡਦਾ ਪਿਆ। ਸਾਡੀ ਰਿਕਵੈਸਟ ਅਸੀਂ ਕਰਨੇ ਆ ਆਪਣਾ DPO ਸਾਹਿਬ ਅੱਗੇ, SHO ਸਾਹਿਬ ਅੱਗੇ, ਆਪਣਾ ਮਰੀਮ ਨਵਾਜ਼ ਅੱਗੇ, ਆਪਣਾ ਨਾ ਕਿ ਸਾਡੀ ਵਜ਼ੀਰ ਆਲਾ ਮਰੀਮ ਸਾਹਿਬ ਸਾਡੀ ਮਿਹਰਬਾਨੀ ਕਰਕੇ ਅਸੀਂ ਨਾ ਕਿ ਇਸ ਬੰਦੇ ਕੋਲ ਸਾਡੀ ਜਾਨ ਛਡਵਾ ਦਿਓ। ਅਸੀਂ ਨਿੱਕੇ ਬੱਚੇ ਨੇ, ਅਸੀਂ ਉਹਨਾਂ ਦੀ ਰੋਜ਼ੀ ਕਮਾਈਏ ਜਾਂ ਇਹਦੇ ਮਗਰ ਭੱਜੀਏ। ਸਾਨੂੰ ਕਦੀ ਕਿਸੇ ਪਾਸੇ ਬੁਲਾ ਲੈਂਦਾ, ਕਦੀ ਕਿਸੇ ਦਫ਼ਤਰ, ਸਾਨੂੰ ਪਤਾ ਨਹੀਂ ਜਾਣਾ ਅਸੀਂ ਕਿੱਥੇ ਵੇ। ਅਸੀਂ ਪੁੱਛਦੇ ਕਿਸੇ ਤੇ ਜਾਂਦੇ ਹਾਂ, ਜੇਕਰ ਉਹ ਇੱਕ ਦਿਨ ਲੇਟ ਨਾ ਜਾਂਦੇ ਜਾਈਏ ਅਸੀਂ, ਜੇ ਕੋਈ ਸਾਡੇ 'ਤੇ ਪਰਚਾ ਹੋਣੇ ਦਾ ਡਰ ਹੋ ਜਾਂਦਾ ਜੇ। ਇਹ ਕਦੀ ਕਿਸੇ ਪਾਸੇ ਸਾਨੂੰ ਭਜਾਈ ਫਿਰਦਾ, ਕਦੀ ਕਿਸੇ ਪਾਸੇ। ਇੱਕ ਸਾਡਾ ਭਰਾ ਵੇ, ਤਾਏ ਦਾ ਪੁੱਤਰ ਹੈ, ਸਾਡਾ ਕੋਈ ਬਗਾਨੇ ਨਹੀਂ, ਉਹ ਤਾਏ ਦਾ ਪੁੱਤਰ ਹੈ। ਉਹ ਆਂਦਾ ਜੀ ਮੈਨੂੰ ਇਹਨਾਂ ਦੀ ਜ਼ਮੀਨ ਨਾ ਲੱਭੇ ਮੈਂ ਬਚ ਨਹੀਂ ਸਕਦਾ। ਇਹਨੂੰ ਜ਼ਮੀਨ ਦੀ ਬਹੁਤੀ ਸਾਨੂੰ ਲੋੜ ਹੈ, ਕਿਸਾਨ ਦੇ ਬੱਚੇ ਨਹੀਂ। ਉਹ ਇੱਕ ਬੈਲਫ ਸਾਹਿਬ ਨੇ ਸਾਡੇ 5 ਕਨਾਲ 6 ਮਰਲੇ ਥਾਂ ਉਹਦੇ ਕੋਲ ਅੱਕੀ ਸੱਚੀ ਨਿਆਂ ਨਾਲ ਸਾਡੇ ਨਾਲ ਕਿ ਅਸੀਂ ਬਿਆਨ ਲੈਣੇ ਨੇ, ਸਾਡੇ ਵਾਲਦਾਂ ਖਰੀਦੀ ਹੈ। ਉਹਨੂੰ ਉਹਦੇ ਸਾਡੇ ਬਿਆਨ ਦੇਣੇ ਦੇ ਬਜਾਏ ਨਾ ਕਿ ਉਹਨਾਂ ਦੇ ਮਗਰ ਲਾ ਕੇ ਉਹਨਾਂ ਨੂੰ ਉਸ ਪਾਸੇ ਲਾਇਆ, ਸਾਨੂੰ ਉਹ ਬਿਆਨ ਨਹੀਂ ਦਿੰਦਾ ਪਿਆ। ਸਾਰੀਆਂ ਗੱਲਾਂ ਨਾ ਕਿ ਉਹਨੂੰ ਆਖੀਆਂ ਆਂਦਾ ਮੈਂ ਦੇਣਾ ਉਹਨੂੰ ਅਖੀਰੀ ਆਣ ਕੇ ਉਹਨੇ ਜਵਾਬ ਦੇ ਛੜਿਆ, ਆਂਦਾ ਮੈਂ ਨਹੀਂ ਬਿਆਨ ਦੇਣੇ, ਜਿੱਥੇ ਜਾ ਕੇ ਲੈਣ ਹੁੰਦੇ ਲੈ ਲਓ। ਸਾਡੀ ਨਾ ਕਿ ਸਾਰੇ ਨਾ ਕਿ ਜਿੰਨਾ ਮਹਿਕਮੇ ਨੇ ਸਾਰਿਆਂ ਦਾ ਰਿਕੁਐਸਟ ਹੈ ਕਿ ਇਸ ਬੰਦੇ ਤੂੰ ਇੱਕ ਆਪਣਾ ਬੈਲਫ ਸਾਹਿਬ ਅਰਸ਼ਦ ਬੈਲਫ ਸਾਹਿਬ ਗੁਜਰਾਤ ਰਹਿੰਦੇ ਜੇ, ਇਹਦੇ ਕੋਲੋਂ ਉੱਤੇ ਚੌਧਰੀ ਜ਼ਮਾਨ ਮਹਿਦੀ ਕੋਲੋਂ ਸਾਨੂੰ ਮਾफ़ੀ ਲੈ ਦਿਓ। ਜੇ ਸਾਡੇ ਇੱਥੇ ਕਿਤੇ ਬਹਿ ਕੇ ਗੱਲ ਕਰਨੀ ਚਾਹਣ, ਜਿੱਥੇ ਵੀ ਨਾ ਕਿ ਬਹਿ ਕੇ ਬੰਦਿਆਂ ਵਿੱਚ ਪਰੇ ਅੱਜ ਬਹਿ ਕੇ ਸਾਡਾ ਮੁੱਕ ਲੈਣ, ਜਿਵੇਂ ਨਾ ਕਿ ਇਹ ਸੋਹਣੀ ਗੱਲ ਮੁੱਕਦੀ ਮੁਕਾ ਲੈਣ। ਅਸੀਂ ਗਰੀਬ ਆਦਮੀ ਆ, ਅਸੀਂ ਬੱਚੇ ਪਾਲੀਏ ਕਿ ਅਸੀਂ ਨਾ ਕਿ ਮੁਕੱਦਮੇ ਲੜੀਏ। ਇਹਨੇ ਤੇ ਆਪਣਾ ਨਾ ਕੀ ਲੋਕਾਂ ਦੇ ਤਕਸੀਮਾਂ ਕਰਵਾਉਂਦਾ ਤੇ ਰੁਪਈਏ ਲੈਂਦਾ। ਬੈਲਫ ਸਾਹਿਬ ਨੇ ਇੱਕ ਘਰ ਨਾ ਕਿ ਨੋਟਿਸ ਖੜਨਾ ਹੁੰਦਾ ਵੇ ਤੇ 2 ਘਰਾਂ ਕੋਲ ਰੁਪਈਏ ਲੈ ਕੇ ਆਉਂਦਾ। ਉਹਨੇ ਤਾਂ ਕੋਈ ਨਾ ਕੀ ਉਹਨਾਂ ਸ਼ਾਮ ਨੂੰ ਖੱਟੀ ਕਰਨੀ ਹੁੰਦੀ। ਅਸੀਂ ਕਿੱਥੋਂ ਨਾ ਕਿ ਇੰਨੇ ਪੈਸੇ ਲਾਈਏ, ਕੀ ਕਰੀਏ? ਅਸੀਂ ਗਰੀਬ ਆਦਮੀ ਆ। ਅਸੀਂ ਫਿਰ ਵੀ ਇਹ ਗੱਲ ਆਨੇ ਆ ਕਿ ਇਹਨਾਂ ਦੀ ਮਿਹਰਬਾਨੀ ਸਾਰੇ ਮਹਿਕਮੇ ਦੀ, ਆਪਣਾ ਸਦਰ ਸਾਡਾ ਨਾ ਕੀ ਜਲਾਲਪੁਰ ਜੱਟਾਂ, ਉਹਨਾਂ ਅੱਗੇ ਵੀ SHO ਅੱਗੇ ਸਾਡੀ ਰਿਕੁਐਸਟ ਮਿਹਰਬਾਨੀ ਕਰੇ। ਜੇ ਸਾਡਾ ਨਹੀਂ ਇੱਥੇ ਇਹਨਾਂ ਵੇਖਣਾ ਝਾਕਣਾ ਨਹੀਂ, ਜੇ ਕੱਲ੍ਹ ਨੂੰ ਵਾਧਾ ਘਾਟਾ ਹੋ ਜਾਵੇ ਉਹ ਫਿਰ ਇਹਨਾਂ ਨੇ ਆਉਣਾ ਵੇ ਸਾਨੂੰ ਮਰਨਿਆਂ ਵਾਲਿਆਂ ਨੂੰ ਕਬਰ 'ਚ ਪਾਉਣ ਵਾਸਤੇ, ਕਿ ਸਾਡੇ ਮੁਲਾਜ਼ੇ ਕਰਾਉਣ ਵਾਸਤੇ ਆਉਣਾ। ਕਿ ਕੋਈ ਗੱਲ ਵੀ ਸਾਡੀ ਕਿਤੇ ਨਹੀਂ ਸੁਣਦੇ। ਉੱਥੇ ਜਾ ਕੇ ਵੀ ਆਖਿਆ ਤੇ ਉਹਨਾਂ ਆਖਿਆ ਨਹੀਂ ਜੀ ਤੁਸੀਂ ਆਰਾਮ ਨਾਲ ਰਹੋ। ਆਰਾਮ ਨਾਲ ਅਸੀਂ ਕਿਵੇਂ ਰਹੀਏ? ਸਾਨੂੰ ਆਰਾਮ ਨਾਲ ਰਹਿਣ ਹੀ ਨਹੀਂ ਦਿੰਦੇ। ਸਾਡੇ ਕੋਲ ਕਿਰਾਇਆ ਨਹੀਂ, ਅਸੀਂ ਨਾ ਕਿ ਮੈਂ ਗੁਜਰਾਤ ਜਾਣਾ ਹੋਵੇ ਭੈਣ ਜੋ ਨਾ ਕਿ ਕੰਮ ਕਰੀਏ, ਬੱਚੇ ਪਾਲੀਏ ਕਿ ਗੁਜਰਾਤ ਅਸੀਂ ਜਾਈਏ। ਸਾਡੇ ਤੋਂ ਕਾਹਦੀਆਂ ਨਾ ਕੀ ਦਰਖਾਸਤਾਂ ਦਿੰਦਾ ਪਿਆ। ਇਹ ਬਜ਼ੁਰਗ ਨੇ ਆਪਣਾ ਮਹਿਮੂਦਾਬਾਦ ਦੇ, ਇਹਨਾਂ ਵਿਚਾਰਿਆਂ ਦਾ ਵੀ ਇਹ ਹਾਲ ਹੈ ਕਿ ਇਹਦੀ ਟੁਕੜੇ ਜ਼ਮੀਨ ਦਾ 34 ਕਨਾਲਾਂ ਜ਼ਮੀਨ ਇਸ ਬੰਦੇ ਦੀ, ਇਹਦੀ ਚੌਧਰੀ ਜ਼ਮਾਨ ਮਹਿਦੀ ਨੇ ਟੁਕੜੇ ਕਰ ਦਿੱਤੀ ਹੈ, ਕਨਾਲ ਥਾਂ ਕਰ ਦਿੱਤੀ ਹੈ 6-7 ਥਾਵਾਂ। बिस्मिल्लाहिर्रहमानिर्रहीम।
ਮੈਂ ਚੋਰਾਂ ਦਾ ਰਹਿਣਾ ਮਹਿਮੂਦਾਬਾਦ ਚੋਰਾਂ ਜਲਾਲਪੁਰ ਜੱਟਾਂ ਦੇ ਕੋਲ ਪਿੰਡ ਹੈ। ਮੁਹੰਮਦ ਰਿਆਜ਼ ਮੇਰੇ ਨਾਂ ਹੈ, ਅਲੀ ਮੁਹੰਮਦ ਮੇਰੇ ਬਾਪ ਦੇ ਨਾਂ ਸੀ। ਅਸੀਂ 3 ਭਾਈ ਹਾਂ। ਇੱਕ ਮੇਰਾ ਭਾਈ ਫੌਤ ਹੋ ਗਿਆ, ਉਹ ਜਿਹੜਾ ਉਹ ਬਹੁਤ ਅੱਛਾ ਬੰਦਾ ਸੀ। ਇਹ ਜਿਹੜਾ ਨਿੱਕਾ ਭਾਈ ਹੈ ਬਹੁਤ ਬੇਈਮਾਨ ਹੈ, ਤੇ ਨਾਲ ਮਹਿੰਦੀ ਵੀ। ਇਹਨਾਂ ਇੰਝ ਕੀਤਾ ਵੀ ਜ਼ਮੀਨ ਮੇਰੀ ਉੱਥੇ ਪਵਾ ਛੜੀ ਹੈ ਜਿੱਥੇ ਰਾਹ ਹੀ ਨਹੀਂ। ਮੈਂ ਕਣਕ ਨਹੀਂ ਜੇ ਇੱਕ ਦਾਣਾ ਵੀ ਬੀਜੀ, ਮੈਂ ਮੁੱਲ ਲੈ ਕੇ ਇਹਨਾਂ 'ਤੇ ਅੰਦਰ ਪਾਈ ਹੈ। ਅਤੇ ਇਹਨਾਂ ਮਤਲਬ ਇੰਝ ਮੇਰੇ ਨਾਲ ਕੀਤਾ ਹੈ। ਇੱਕ ਵਾਰੀ ਮੇਰੇ ਭਾਈ ਨੇ ਮੈਨੂੰ ਮਾਰਿਆ ਵੀ ਹੈ। ਬੀਵੀ ਪਿਆ ਵਾਹੁੰਦਾ ਸੀ ਅਤੇ ਮੈਂ ਉਹਨੂੰ ਆਖਿਆ ਵੀ ਮੇਰੀ ਕਿੱਥੇ, ਅਤੇ ਉਹਨੇ ਮੈਨੂੰ ਗੁੱਬੀ ਡਹਿ ਪਿਆ ਲੱਤਾਂ ਤੋਂ ਫੜ ਕੇ ਧਰੂ, ਕਦੇ ਬਾਹੀਆਂ ਤੋਂ ਫੜ ਕੇ ਧਰੂ, ਅਤੇ ਮੈਂ ਸਬਰ ਸ਼ੁਕਰ ਕਰ ਛੱਡਿਆ। ਅਤੇ ਹੁਣ ਫਿਰ ਮੈਂ ਕਿੰਨਾ ਕੁ ਚਿਰ ਸਬਰ ਸ਼ੁਕਰ ਕਰਾਂ। ਅਤੇ ਮੈਂ ਵੀ ਅਰਜ਼ ਕਰਨਾ ਸਾਰਿਆਂ ਮਹਿਕਮਿਆਂ ਅੱਗੇ ਵੀ ਮੇਰੀ ਕੋਈ ਸੁਣੋ ਅਤੇ ਮੇਰੀ ਕੋਈ ਮਦਦ ਕਰੋ। ਮੇਰੀ ਉਮਰ ਨਹੀਂ, ਮੈਂ ਇੱਥੇ ਵੀ ਖੋਰੇ ਕਿੱਕਣ ਆਇਆ, ਕਿਸੇ ਕੋਲ ਲਿਫਟ ਲੈ ਕੇ ਅਤੇ ਇੱਥੇ ਆ ਕੇ ਬੈਠਾ। ਅਤੇ ਹੁਣ ਲਿਫਟ ਲੈ ਕੇ ਕਿਸੇ ਕੋਲ ਜਾਣਾ, ਮੇਰੇ ਅੱਗੇ ਟੁਰਨ ਵੀ ਨਹੀਂ ਹੁੰਦਾ, ਅਤੇ ਮੇਰੇ ਨਾਲ ਇੰਝ ਨਾ ਚੱਕਰ ਚਲਾਇਆ। ਅਤੇ ਮੈਂ ਅੱਜ ਤੱਕ ਮਹਿੰਦੀ ਵੀ ਮੈਨੂੰ ਆਖੇ ਵੀ ਤੂੰ ਫਲਾਣਾ ਕੰਮ ਮੇਰੇ ਨਾਲ ਬੁਰਾ ਕੀਤਾ। ਭਰਾ ਵੀ ਆਖੇ ਮੈਂ ਇੱਥੇ ਵੀ ਵਾਹੀਆਂ ਕਰਕੇ ਜਰਮਨੀਆਂ ਤੋਂ ਖੱਟੀਆਂ ਖੱਟ ਕੇ ਭਰਾ ਨੂੰ ਖਵਾਈਆਂ ਨੇ। ਹੁਣ ਵੀ ਇਹੀ ਗੱਲ ਕਰਨੇ ਪਏ ਕਿ ਸਾਡੀ ਇਹ ਰਿਕੁਐਸਟ ਹੈ ਕਿ ਸਾਨੂੰ ਜਿਹੜਾ ਸਾਡਾ ਹੱਕ ਹੈ ਉਹ ਦਿੱਤਾ ਜਾਏ। ਹੁਣ ਸਾਰੇ ਇਹ ਨਹੀਂ ਵੇਖ ਰਹੇ ਕਿ ਅਸੀਂ ਲੜੀਏ ਔਰ ਅਸੀਂ ਮਰੀਏ ਅਤੇ ਫਿਰ ਹੀ ਮੇਰਾ ਮਤਲਬ ਹੈ ਕਿ ਲੋਕ ਆਉਣਗੇ ਔਰ ਸਾਡੀ ਸੁਣਨਗੇ। ਅਸੀਂ ਤਾਂ ਸਾਡੀ ਪਹਿਲੀ ਸੁਣੀ ਜਾਏ। ਲਾਲਾ ਚੱਕ ਹੈ, ਮਹਿਮੂਦਾਬਾਦ ਹੈ, ਢਿਲਵੀਂ ਹੈ, ਠੱਠਾ ਵੇ, ਆਬਾਦੀਆਂ 2 ਵੇ ਨੇ। ਇਹਨਾਂ 'ਚੋਂ ਤੁਸੀਂ ਪੁੱਛ ਸਕਦੇ ਹੋ ਕਿ ਕਿਹੜਾ ਬੰਦਾ ਹੱਕ 'ਤੇ ਅਤੇ ਕਿਹੜਾ ਨਹੀਂ ਨਾ ਹੱਕ ਹੈ। ਠੀਕ ਹੈ, ਅਤੇ ਅਸੀਂ ਤਾਂ ਸਾਰਿਆਂ ਅੱਗੇ ਰਿਕੁਐਸਟ ਇਹੀ ਕਰ ਰਹੇ ਹਾਂ ਜਿੰਨੇ ਵੀ ਇੱਥੇ ਦੇ ਵੱਡੇ ਨੇ ਕਿ ਸਾਡੀ ਬਹਿ ਕੇ ਮੁਕਾਈ ਜਾਏ ਔਰ ਸਾਨੂੰ ਜਿਹੜਾ ਸਾਡਾ ਹੱਕ ਹੈ ਉਹ ਦਿੱਤਾ ਜਾਏ। ਅਸੀਂ ਆਪਣਾ ਹੱਕ ਜਿਹੜਾ ਉਹ ਲੈਣਾ ਹੀ ਹੈ ਜ਼ਰੂਰ, ਕਿਉਂਕਿ ਸਾਡਾ ਹੱਕ ਹੈ, ਸਾਡੇ ਦਾਦੇ ਮਾਲਕੀ ਸੀ ਅਤੇ ਸਾਨੂੰ ਅੱਜ ਇਹ ਨਹੀਂ ਦੇ ਰਹੇ। ਅਤੇ ਅਸੀਂ ਸਾਰੇ ਜਿਹੜੇ ਵੱਡੇ ਨੇ ਇੱਥੇ ਦੇ ਸਿਆਸਤਦਾਨ ਨੇ ਆਪਣਾ ਉਹਨਾਂ ਨਾਲ ਅੱਗੇ ਇਹ ਰਿਕੁਐਸਟ ਕਰਨੇ ਆ ਕਿ ਜਨਾਬ ਸਾਨੂੰ ਬਹਿ ਕੇ ਸਾਡਾ ਜਿਹੜਾ ਹੱਕ ਹੈ ਸਾਨੂੰ ਦਿੱਤਾ ਜਾਏ, ਤਾਂ ਕਿ ਅਸੀਂ ਵੀ ਸਕੂਨ ਨਾਲ ਆਪਣੀ ਰੋਜ਼ੀ ਕਮਾ ਸਕੀਏ ਔਰ ਜ਼ਿੰਦਗੀ ਜਿਹੜੀ ਹੈ ਨਾ ਉਹ ਬਸਰ ਕਰ ਸਕੀਏ। ਮਿਹਰਬਾਨੀ ਜਨਾਬ।